ਮੇਰੇ ਬੱਚਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਧਿਆਪਕ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਔਰ ਜਿੰਨੇ ਵੀ ਮਾਪੇ ਸਾਹਿਬਾਨ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਸਵਾਗਤ। ਪਿਆਰੇ ਬੱਚਿਓ, ਅਸੀਂ ਸਾਰੇ ਜਾਣਦੇ ਹਾਂ ਕਿ ਨੈਸ ਦਾ ਜਿਹੜਾ ਪੇਪਰ ਹੈ 12 ਨਵੰਬਰ ਤੋਂ ਜਿਹੜਾ ਹੈ ਉਹ ਆਰੰਭ ਹੋਣੇ ਨੇ। ਔਰ ਤੀਸਰੀ ਅਤੇ ਪੰਜਵੀਂ ਕਲਾਸ ਦੇ ਇਹ ਐਗਜ਼ਾਮ ਜਿਹੜਾ ਹੈ ਨੈਸ ਦਾ ਉਹ ਲਿਆ ਜਾਣਾ ਹੈ। ਬੱਚਿਆਂ ਨੂੰ ਅਸੀਂ ਕੰਮ ਲਗਾਤਾਰ ਪ੍ਰੋਜੈਕਟਰ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ, ਆਪਣੀਆਂ ਕਲਾਸਾਂ ਦੇ ਵਿੱਚ ਬੁੱਕਸ ਦੇ ਰਾਹੀਂ, ਸਿਲੇਬਸ ਦੇ ਰਾਹੀਂ, ਲਰਨਿੰਗ ਆਊਟਕਮ ਜੋ ਹੈ LO ਉਹਨਾਂ ਦੀ ਮਦਦ ਲੈ ਕੇ ਬੱਚਿਆਂ ਨੂੰ ਤਿਆਰੀ ਕਰਵਾਈ ਜਾ ਰਹੀ ਹੈ। ਕਿਹੜੇ ਕੁਐਸਚਨ ਬੱਚਿਆਂ ਨੂੰ ਪੁੱਛੇ ਜਾਣੇ ਨੇ ਉਹਨਾਂ ਬਾਰੇ ਦੱਸਿਆ ਜਾ ਰਿਹਾ ਹੈ। ਅਧਿਆਪਕਾਂ ਦੇ ਕਿਹੜੇ ਕੁਐਸਚਨ ਨੇ, ਸਕੂਲ ਬਾਰੇ ਕਿਹੜੇ ਕੁਐਸਚਨ ਨੇ, ਅਸੀਂ ਡਿਟੇਲ ਦੇ ਵਿੱਚ ਜਿਹੜਾ ਹੈ ਆਪਣੇ ਸਕੂਲਾਂ ਦੇ ਵਿੱਚ ਇਹ ਸਭ ਕੁਛ ਅਧਿਐਨ ਕਰ ਰਹੇ ਹਾਂ, ਦੇਖ ਰਹੇ ਹਾਂ, ਸਮਝ ਰਹੇ ਹਾਂ। ਉਸੇ ਲੜੀ ਦੇ ਤਹਿਤ ਹੀ ਬੱਚਿਓ ਤੁਸੀਂ ਇੱਕ ਦੋ ਦਿਨਾਂ 'ਚ ਦੇਖਿਆ ਹੋਵੇਗਾ ਕਿ ਸਾਡੇ ਜਿਹੜੇ ਆਨਸਰ ਨੇ ਉਹ ਅਸੀਂ ਪਹਿਲਾਂ ਕੀ ਕਰਦੇ ਸੀ, ਆਬਜੈਕਟਿਵ ਟਾਈਪ ਆਨਸਰ ਆਉਂਦੇ ਸੀਗੇ ਅਤੇ ਅਸੀਂ ਟਿਕ ਲਗਾਉਂਦੇ ਸੀ, ਜਾਂ ਮਲਟੀਪਲ ਚੋਇਸ ਜਿਹੜੇ ਆਉਂਦੇ ਸੀ ਤਾਂ ਉਹਦੇ ਵਿੱਚ ਅਸੀਂ ਟਿਕ ਲਗਾ ਕੇ ਉਹਨੂੰ ਜਿਹੜਾ ਹੈ ਉਹ ਰਿਸਪੌਂਸ ਦਿੰਦੇ ਸੀ, ਆਨਸਰ ਦਿੰਦੇ ਸੀ। ਪਰ ਇਸ ਵਾਰ ਨੈਸ ਜਿਹੜਾ ਹੈ, ਕਿਉਂਕਿ ਪਿਛਲੀ ਵਾਰ ਵੀ ਜਦੋਂ ਨੈਸ ਦਾ ਟੈਸਟ ਹੋਇਆ ਸੀ ਉਦੋਂ ਵੀ ਇਹ ਰਿਸਪੌਂਸ ਜਿਹੜੇ ਨੇ OMR ਸ਼ੀਟ ਦੇ ਉੱਪਰ ਜਿਹੜੇ ਨੇ ਉਹ ਰਿਸਪੌਂਸ ਉੱਤਰ ਜਿਹੜੇ ਨੇ ਉਹ ਮਾਰਕ ਕਰਨੇ ਨੇ। ਜ਼ਿਆਦਾ ਫਰਕ ਨਹੀਂ ਹੈ, ਕਨਫਿਊਜ਼ਨ ਨਹੀਂ ਹੋਣਾ। ਕਨਫਿਊਜ਼ਨ ਕ੍ਰੀਏਟ ਹੁੰਦੀ ਹੈ ਬੱਚਿਆਂ ਨੂੰ, ਕਿਉਂਕਿ ਬੱਚੇ ਸੋਚਦੇ ਆ ਕਿ ਇੱਕ ਪੇਪਰ ਦੇ ਉੱਤੇ ਅਸੀਂ ਟਿਕ ਲਗਾਉਂਦੇ ਸੀ ਔਰ ਇੱਕ ਪੇਪਰ ਦੇ ਉੱਤੇ ਅਸੀਂ ਆਨਸਰ ਜਿਹੜੇ ਸੀ ਉਹ ਦੇ ਦਿੰਦੇ ਸੀ। ਇਹ ਦੁਬਾਰਾ ਅਸੀਂ ਇੱਕ ਹੋਰ ਸ਼ੀਟ ਕਿਵੇਂ ਭਰਾਂਗੇ? ਸੋ ਆਪਾਂ ਸਕੂਲਾਂ ਦੇ ਵਿੱਚ ਵੀ ਵਿਸਥਾਰ ਨਾਲ ਦੱਸ ਚੁੱਕੇ ਹਾਂ। ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਬੱਚੇ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣ, ਮਾਪੇ ਸਾਹਿਬਾਨ ਵੀ ਸਮਝ ਲੈਣ ਔਰ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਅਭਿਆਸ ਜਿਹੜੀ ਹੈ ਇਹਦੀ ਚੰਗੀ ਤਰ੍ਹਾਂ ਬੱਚਿਆਂ ਨੂੰ ਕਰਾਈ ਜਾ ਸਕੇ। ਸੋ ਆਓ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਪਿਆਰੇ ਬੱਚਿਓ, OMR ਸ਼ੀਟ ਦੀ ਮੈਂ ਗੱਲ ਕਰਾਂ, ਪਹਿਲਾਂ ਮੈਂ ਤੁਹਾਨੂੰ OMR ਸ਼ੀਟ ਜਿਹੜੀ ਹੈ ਉਸ ਨੂੰ ਦਿਖਾ ਦਿੰਦਾ ਹਾਂ ਪੂਰੀ ਨੂੰ ਕਿ OMR ਸ਼ੀਟ ਕਿਵੇਂ ਦੀ ਹੁੰਦੀ ਹੈ। ਆਪਾਂ ਸਾਰਿਆਂ ਨੇ ਸਕੂਲਾਂ 'ਚ ਦੇਖੀ ਹੋਈ ਹੈ। ਇਸ ਤਰ੍ਹਾਂ ਦੀ OMR ਸ਼ੀਟ ਜਿਹੜੀ ਹੈ ਤੁਹਾਨੂੰ ਮਿਲਣੀ ਹੈ ਜਦੋਂ ਨੈਸ ਦਾ ਰਿਸਪੌਂਸ ਤੁਸੀਂ ਟੈਸਟ ਦੇਣਾ ਹੈ, ਉੱਤਰ ਦੇਣੇ ਨੇ, ਤਾਂ ਉੱਤਰ ਨੂੰ ਤੁਸੀਂ ਇਹਨਾਂ ਦੇ ਉੱਤੇ ਚੁਣਨਾ ਹੈ, ਮਾਰਕ ਕਰਨਾ ਹੈ। ABCD ਜਾਂ ਊੜਾ ਐੜਾ ਈੜੀ ਸੱਸਾ ਭਾਗ ਹੁੰਦਾ ਹੈ। ਇਸੇ ਤਰ੍ਹਾਂ ਹੀ ਨੈਸ ਦੇ ਵਿੱਚ ABCD ਆਪਸ਼ਨ ਹੁੰਦੀ ਹੈ, ਉਸ ਨੂੰ ਤੁਸੀਂ ਕਿਵੇਂ ਮਾਰਕ ਕਰਨਾ ਇਸ ਬਾਰੇ ਗੱਲ ਕਰਨੀ ਹੈ। ਅੱਜ ਅਸੀਂ ਬਹੁਤ ਹੀ ਆਸਾਨ ਹੈ। ਜਿਵੇਂ ਤੁਸੀਂ ਦੇਖ ਰਹੇ ਹੋ ਇਹ OMR ਸ਼ੀਟ ਹੈ। ਸਭ ਤੋਂ ਪਹਿਲਾਂ ਬੱਚਿਓ ਮੈਂ ਤੁਹਾਨੂੰ ਦੱਸਾਂਗਾ ਕਿ OMR ਦਾ ਫੁੱਲ ਫਾਰਮ ਕੀ ਹੁੰਦਾ ਹੈ, OMR ਕਿਉਂ ਕਹਿੰਦੇ ਨੇ। O ਬੇਟਾ ਆਪਟੀਕਲ ਹੁੰਦਾ ਔਰ M 'ਤੇ ਮਾਰਕਿੰਗ ਅਤੇ R 'ਤੇ ਰਿਸਪੌਂਸ ਹੁੰਦਾ। ਮਤਲਬ ਉਹ ਸ਼ੀਟਾਂ ਹੁੰਦੀਆਂ ਨੇ ਜਿਹੜੀਆਂ ਸ਼ੀਟਾਂ ਅਸੀਂ ਕੰਪਿਊਟਰ ਦੇ ਵਿੱਚ ਪਾ ਕੇ ਟੈਸਟ ਕਰਦੇ ਹਾਂ। ਜੋ ਵੀ ਤੁਸੀਂ ਟੈਸਟ ਦਿਓਗੇ ਇਹਨੂੰ ਹਿਊਮਨ ਬੀਇੰਗ, ਮਨੁੱਖ, ਅਧਿਆਪਕ, ਸੁਪਰਵਾਈਜ਼ਰ ਕੋਈ ਵੀ ਇਸ ਨੂੰ ਚੈੱਕ ਨਹੀਂ ਕਰੇਗਾ। ਇਸ ਨੂੰ ਸਿਰਫ ਔਰ ਸਿਰਫ ਕੰਪਿਊਟਰ ਦੇ ਵਿੱਚ ਪਾ ਕੇ ਆਪਟੀਕਲੀ, ਤੁਸੀਂ ਐਨਕ ਦੇਖੀ ਸਾਰੇ ਬੱਚਿਆਂ ਨੇ, ਐਨਕ ਲਗਾਉਂਦੇ ਨੇ ਜਿਨ੍ਹਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ, ਜਾਂ ਵੈਸੇ ਫੈਂਸੀ ਐਨਕ ਵੀ ਲਾਉਂਦੇ ਨੇ। ਔਰ ਉਹ ਜਿਸ ਤਰ੍ਹਾਂ ਦੀ ਐਨਕ ਅਸੀਂ ਲਗਾਉਂਦੇ ਹਾਂ ਉਸੇ ਤਰ੍ਹਾਂ ਹੀ ਫੋਕਸ ਸਾਡਾ ਬਣਦਾ ਹੈ, ਉਸ ਤਰ੍ਹਾਂ ਸਾਨੂੰ ਸਾਫ਼ ਅਤੇ ਸਪਸ਼ਟ ਕਈ ਵਾਰ ਨਜ਼ਰ ਆਉਂਦਾ ਜਿਨ੍ਹਾਂ ਦੀ ਨਜ਼ਰ ਘੱਟ ਹੈ, ਕਮਜ਼ੋਰ ਹੈ। ਆਪਟੀਕਲ ਦਾ ਭਾਵ ਇੱਥੇ ਹੈ ਕਿ ਆਪਟੀਕਲ ਵੀ ਇੱਕ ਕੰਪਿਊਟਰ ਦੀ ਇਹੋ ਜਿਹੀ ਐਨਕ ਹੈ, ਇਹੋ ਜਿਹੀ ਸਪੈਕਸ ਹੈ ਜਿਹੜੀ ਇਸ ਸ਼ੀਟ ਨੂੰ ਰੀਡ ਕਰ ਲਏਗੀ, ਇਸ ਸ਼ੀਟ ਨੂੰ ਪੜ੍ਹ ਲਏਗੀ। ਕਿਉਂਕਿ ਅਧਿਆਪਕ ਜਾਂ ਸੁਪਰਵਿਜ਼ਨ ਕਰਨ ਵਾਲਾ ਜਾਂ ਕੋਈ ਵੀ ਟੈਸਟ ਜਿਹੜਾ ਲੈਣ ਆਉਂਦਾ ਹੈ, ਅਗਰ ਉਹ ਚੈੱਕ ਕਰੇ ਜਾਂ ਸੁਪਰਵਾਈਜ਼ਰ ਚੈੱਕ ਕਰੇ, ਸੁਪਰਡੈਂਟ ਚੈੱਕ ਕਰੇ, ਕੋਈ ਵੀ ਚੈਕਰ ਜਿਹੜਾ ਹੈ ਚੈੱਕ ਕਰੇ, ਉਸ ਨੂੰ ਕਾਫੀ ਸਮਾਂ ਲੱਗੇਗਾ ਇੱਕ ਸ਼ੀਟ ਨੂੰ ਭਰਦਿਆਂ, ਸਮਝਦਿਆਂ, ਉਹਦੇ ਰਿਸਪੌਂਸ ਨੂੰ ਚੈੱਕ ਕਰਦਿਆਂ। ਲੇਕਿਨ ਕੰਪਿਊਟਰ ਦੇ ਵਿੱਚ ਇਹ ਸ਼ੀਟਾਂ ਅੱਜ ਤੋਂ ਨਹੀਂ, ਬਹੁਤ ਸਮਾਂ ਪਹਿਲਾਂ ਹੀ, ਕੋਈ 10-15 ਸਾਲ ਤੋਂ ਹੀ ਕੰਪੀਟੀਸ਼ਨ ਐਗਜ਼ਾਮ ਜਿਹੜੇ ਹੋ ਰਹੇ ਨੇ। ਤੁਸੀਂ ਅਜੇ ਛੋਟੇ ਬੱਚੇ ਹੋ। ਜਿਹੜੇ ਬੱਚੇ ਵੱਡੇ ਨੇ, ਜਿਹੜੇ ਬੱਚੇ 10+2 ਤੋਂ ਬਾਅਦ ਕੰਪੀਟੀਸ਼ਨ ਐਗਜ਼ਾਮ ਜਿਹੜੇ ਨੇ ਉਹ ਲੜਦੇ ਨੇ, ਕੰਪੀਟੀਸ਼ਨ ਕਰਦੇ ਨੇ, ਉਹਨਾਂ ਨੂੰ ਜ਼ਿਆਦਾ ਪਤਾ ਹੈ। ਤੁਹਾਡੇ ਵਾਸਤੇ ਨਵੀਂ ਚੀਜ਼ ਹੈ, ਪਰ ਇੰਨੀ ਵੀ ਨਵੀਂ ਨਹੀਂ ਕਿ ਤੁਸੀਂ ਸਮਝ ਨਾ ਸਕੋ। ਇਹ ਕਿਵੇਂ ਰਿਸਪੌਂਸ ਦੇਣੇ ਨੇ ਇਹ ਤੁਹਾਨੂੰ ਮੈਂ ਦੱਸਦਾ ਕਿ OMR ਸ਼ੀਟ ਦਾ ਮਤਲਬ ਕੀ ਹੈ। ਹੁਣ ਇਸ 'ਤੇ ਰਿਸਪੌਂਸ ਕਿਵੇਂ ਦੇਣੇ ਨੇ। ਜਿਹੜਾ ਕੁਐਸਚਨ ਬੁੱਕਲੈਟ ਤੁਹਾਨੂੰ ਆਏਗੀ ਤੁਸੀਂ ਕੁਐਸਚਨ ਉਹ 'ਚੋਂ ਦੇਖਣੇ ਨੇ। ਮੰਨ ਲਓ ਤੁਹਾਨੂੰ ਟੋਟਲ 45 ਪ੍ਰਸ਼ਨ ਬੱਚਿਆਂ ਨੂੰ ਆ ਰਹੇ ਨੇ ਨੈਸ ਦੇ, ਮੈਂ 5th ਕਲਾਸ ਦੀ ਗੱਲ ਕਰ ਰਿਹਾ ਹਾਂ। ਉਹਨਾਂ 45 ਪ੍ਰਸ਼ਨਾਂ ਦੇ ਰਿਸਪੌਂਸ ਇਸ ਸ਼ੀਟ ਦੇ ਉੱਤੇ ਦੇਣੇ ਨੇ। ਉਹਦੇ ਉੱਤਰ ਤੁਸੀਂ ਇਸ ਸ਼ੀਟ ਦੇ ਉੱਪਰ ਭਰਨੇ ਨੇ। ਔਰ ਇਹ ਉੱਤਰ ਭਰਨੇ ਕਿਵੇਂ ਨੇ? ਇਹ ਉੱਤਰ ਭਰਨ ਵਾਸਤੇ ਕੋਈ ਰੋਕਟ ਸਾਇੰਸ ਨਹੀਂ ਹੈ। ਬਸ ਤੁਸੀਂ ਇੱਕ
ਚੁਣੇ ਹੋਏ ਉੱਤਰ ਨੂੰ ਗੋਲੇ ਨੂੰ ਕਾਲਾ ਕਰ ਦੇਣਾ ਹੈ, ਜਾਂ ਬਲੂ ਪੈਨ ਦੇ ਨਾਲ ਤੁਸੀਂ ਨੀਲਾ ਕਰ ਦੇਣਾ ਹੈ। ਔਰ ਮੋਸਟਲੀ ਤੁਸੀਂ ਨੀਲਾ ਪੈਨ ਹੀ ਵਰਤੋਗੇ, ਇਸ ਕਰਕੇ ਤੁਸੀਂ ਉਸ ਗੋਲੇ ਨੂੰ ਨੀਲਾ ਕਰਨਾ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਨੇ ਉਹ ਹੁੰਦੀਆਂ ਨੇ, ਉਹ ਵੀ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਬੱਚੇ ਨੂੰ ਮੈਂ ਦੱਸਣਾ ਚਾਹਾਂਗਾ ਕਿ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਓਐਮਆਰ ਸ਼ੀਟ ਹੈ ਉਸ 'ਤੇ ਆਪਣੇ ਸਕੂਲ ਦਾ ਨਾਮ ਜ਼ਰੂਰ ਭਰੋਗੇ। ਜਿਵੇਂ ਇਹ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਸਕੂਲ ਦਾ ਨਾਮ ਜ਼ਰੂਰੀ ਹੈ। ਸਕੂਲ ਦੇ ਨਾਮ ਤੋਂ ਹੀ ਪਤਾ ਲੱਗੇਗਾ ਕਿ ਕਿਸ ਸਕੂਲ ਦੀ ਇਹ ਓਐਮਆਰ ਸ਼ੀਟ ਹੈ ਅਤੇ ਕਿਸ ਕਲਾਸ ਦੀ ਹੈ। ਸੋ ਸਭ ਤੋਂ ਪਹਿਲਾਂ ਇਹ ਸਕੂਲ ਦਾ ਨਾਮ ਜਿਹੜਾ ਹੈ, ਇਨਵੀਜੀਲੇਟਰ ਜਿਹੜੇ ਸੁਪਰਡੈਂਟ ਜਿਹੜੇ ਪੇਪਰ ਲੈਣ ਆਉਣਗੇ ਜਾਂ ਤੁਹਾਡੇ ਸਕੂਲ 'ਚ ਜਿਹੜੇ ਵੀ ਇਸ ਪੇਪਰ ਨੂੰ ਕੰਡਕਟ ਕਰ ਰਹੇ ਨੇ, ਉਹ ਇੱਥੇ ਸਕੂਲ ਦਾ ਨਾਮ ਭਰਨਗੇ। ਔਰ ਤੁਸੀਂ ਬੱਚਿਓ ਆਪਣਾ ਨਾਮ ਜਿਹੜਾ ਹੈ ਉਹ ਥੱਲੇ ਇੱਥੇ ਭਰਨਾ ਹੈ ਇਸ ਜਗ੍ਹਾ 'ਤੇ। ਔਰ ਇਸ ਨਾਮ ਨੂੰ ਭਰਨ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀਆਂ ਗਲਤੀਆਂ ਹੋਣੀਆਂ ਨੇ ਮੈਂ ਉਹਨਾਂ ਬਾਰੇ ਦੱਸ ਦੇਵਾਂ ਕਿ ਸ਼ੀਟ ਨੂੰ ਗੋਲੇ ਨੂੰ ਕਾਲਾ ਕਿਵੇਂ ਕਰਨਾ ਹੈ, ਕਿਹੜੀ ਗਲਤੀ ਤੋਂ ਅਸੀਂ ਬਚਣਾ ਹੈ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜਾ ਰਿਸਪੌਂਸ ਹੈ ਉਹ ਇਸ ਤਰ੍ਹਾਂ ਦਾ ਨਾ ਆਵੇ। ਕ੍ਰੋਸ ਨਹੀਂ ਲਗਾਉਣਾ, ਉਹ ਗਲਤ ਹੋ ਜਾਏਗਾ। ਸਹੀ ਨਹੀਂ ਲਗਾਉਣੀ, ਇਹ ਵੀ ਗਲਤ ਹੋ ਜਾਏਗਾ। ਖਾਲੀ ਨਹੀਂ ਛੱਡਣਾ, ਇਹ ਵੀ ਗਲਤ ਹੀ ਮੰਨਿਆ ਜਾਏਗਾ ਆਨਸਰ। ਔਰ ਤੁਸੀਂ ਕੱਟ ਕੇ ਲੀਕਾਂ ਨਹੀਂ ਮਾਰਨੀਆਂ, ਉਹ ਵੀ ਗਲਤ ਸਮਝਿਆ ਜਾਏਗਾ। ਸੋ ਫਿਰ ਸਹੀ ਉੱਤਰ ਕਿਹੜਾ ਹੋਏਗਾ, ਤੁਸੀਂ ਆ ਉੱਪਰ ਦੇਖ ਰਹੇ ਹੋ, ਇਹ ਜਿਹੜਾ ਬਲੈਕ ਮਾਰਕ ਹੈ ਇਸ ਨੂੰ ਤੁਸੀਂ ਪੂਰੇ ਦਾ ਪੂਰਾ ਜਿਹੜਾ ਹੈ ਕੰਪਲੀਟ ਜਿਹੜਾ ਹੈ ਤੁਸੀਂ ਕਾਲਾ ਕਰਨਾ ਹੈ ਜਾਂ ਨੀਲਾ ਕਰਨਾ ਹੈ। ਠੀਕ ਹੈ, ਮੋਸਟਲੀ ਤੁਸੀਂ ਨੀਲਾ ਹੀ ਕਰੋਗੇ, ਨੀਲਾ ਪੈਨ ਵਰਤੋਗੇ। ਪੂਰੇ ਨੂੰ ਨੀਲਾ ਕਰਨਾ ਹੈ, ਅੱਧੇ ਨੂੰ ਨਹੀਂ ਕਰਨਾ, ਟਿਕ ਨਹੀਂ ਮਾਰਨੀ, ਕ੍ਰੋਸ ਨਹੀਂ ਲਗਾਉਣਾ, ਖਾਲੀ ਨਹੀਂ ਛੱਡਣਾ, ਫਿਰ ਰਿਸਪੌਂਸ ਤੁਹਾਡਾ ਸਹੀ ਮੰਨਿਆ ਜਾਏਗਾ। ਔਰ ਹਾਂ, ਇਹ ਵੀ ਕੋਸ਼ਿਸ਼ ਕਰਨੀ ਹੈ, ਯਾਦ ਰੱਖਿਓ ਕਿ ਇਹ ਖਾਨੇ ਜਿਹੜੇ ਹੈ ਇਹ ਖਾਲੀ ਰਹਿਣ। ਅਗਰ ਰਿਸਪੌਂਸ ਤੁਹਾਡਾ ਸੀ ਹੈ 3 ਨੰਬਰ ਵਾਲਾ, ਅਗਰ ਪਹਿਲੇ ਵਾਲਾ ਤਾਂ ਬਾਕੀ 3 ਜਿਹੜੇ ਨੇ ਇੱਧਰ ਲਿਓ ਖਾਲੀ ਰਹਿਣਗੇ। ਅਗਰ ਦੂਸਰੇ ਵਾਲਾ ਹੈ ਤਾਂ ਬਾਕੀ ਪਹਿਲਾ, ਦੂਸਰਾ ਔਰ ਤੀਸਰਾ ਖਾਲੀ ਰਹਿਣਗੇ। ਕਹਿਣ ਦਾ ਭਾਵ ਦੂਸਰੇ ਕਿਸੇ ਵੀ ਸਰਕਲ ਨੂੰ ਛੇੜਨਾ ਨਹੀਂ ਹੈ, ਉਹ ਆਨਸਰ ਕੰਪਿਊਟਰ ਚੁੱਕੇਗਾ ਨਹੀਂ। ਸੋ ਇਹਨਾਂ ਗੱਲਾਂ ਦਾ ਬੇਟੇ ਖਿਆਲ ਰੱਖਣਾ ਹੈ ਕਿ ਗੋਲੇ ਨੂੰ ਅਸੀਂ ਚੱਕਰ ਨੂੰ ਜਿਹੜਾ ਹੈ ਕਿਵੇਂ ਅਸੀਂ ਆਪਣੇ ਰਿਸਪੌਂਸ ਦੇ ਨਾਲ ਜਿਹੜਾ ਹੈ ਉਹ ਕਲਰ ਕਰਨਾ ਹੈ, ਜਾਂ ਪੈਨ ਨਾਲ ਜਿਹੜਾ ਹੈ ਉਹਦੀ ਕਲਰਿੰਗ ਕਰਨੀ ਹੈ, ਉਹਨੂੰ ਫਿਲ ਕਰਨਾ ਹੈ। ਉਸ ਤੋਂ ਬਾਅਦ ਹੁਣ ਆਪਾਂ ਸ਼ੀਟ ਭਰਨ ਦੀ ਗੱਲ ਕਰਦੇ ਹਾਂ। ਤਾਂ ਜਿਹੜਾ ਸਕੂਲ ਦਾ ਯੂਡਾਈਜ਼ ਕੋਡ ਹੈ ਬੱਚਿਓ ਤੁਹਾਨੂੰ ਨਹੀਂ ਪਤਾ ਹੋਏਗਾ, ਇਹ ਤੁਹਾਡੇ ਇਨਵੀਜੀਲੇਟਰ ਜਿਹੜੇ ਪੇਪਰ ਲੈਣ ਆਉਣਗੇ ਮਦਦ ਕਰਨਗੇ ਤੁਹਾਡੀ, ਇੱਥੇ ਉਹ ਭਰਨਗੇ। ਔਰ ਇਹ ਭਰਨਾ ਕਿਵੇਂ ਹੈ ਇਹ ਦੱਸਣਾ ਜ਼ਰੂਰੀ ਨਹੀਂ, ਕਿਉਂਕਿ ਤੁਸੀਂ ਇਹ ਨਹੀਂ ਭਰਨਾ, ਕਿਉਂਕਿ ਉਹਨਾਂ ਨੇ ਭਰਨਾ ਹੈ। ਹਾਂ, ਉਹਨਾਂ ਨੇ ਸਿਰਫ ਤੁਹਾਨੂੰ ਇਹ ਦੱਸਣਾ ਹੈ ਕਿ ਤੁਸੀਂ ਇੱਥੇ ਆਪਣਾ ਰਿਸਪੌਂਸ ਜਿਹੜਾ ਹੈ ਲਿਖਣਾ ਹੈ। ਮੰਨ ਲਓ ਤੁਹਾਨੂੰ ਜਿਹੜਾ ਸਕੂਲ ਦਾ ਕੋਡ ਹੈ ਤੁਹਾਡਾ ਉਹ ਇਸ ਤਰ੍ਹਾਂ ਹੈ, ਨੋਟ ਕਰੋ। ਮੰਨ ਲਓ ਇਹ ਸਕੂਲ ਦਾ ਕੋਡ ਹੈ, ਠੀਕ ਹੈ। ਹੁਣ ਤੁਹਾਨੂੰ ਤੁਹਾਡੇ ਸੁਪਰਡੈਂਟੈਂਟ ਨੇ ਜਾਂ ਤੁਹਾਡੇ ਜਿਹੜੇ ਐਗਜ਼ਾਮ ਲੈਣ ਆਏ ਨੇ ਇਨਵੀਜੀਲੇਟਰ ਨੇ, ਉਹਨਾਂ ਨੇ ਤੁਹਾਨੂੰ ਇਸ ਤਰ੍ਹਾਂ ਭਰ ਕੇ ਦੇ ਦਿੱਤਾ। ਤੁਸੀਂ ਇਸ ਰਿਸਪੌਂਸ ਨੂੰ ਥੱਲੇ ਸਰਕਲਸ ਦੇ ਵਿੱਚ ਕਿਵੇਂ ਮੈਨੇਜ ਕਰਨਾ ਹੈ, ਕਿਵੇਂ ਭਰਨਾ ਹੈ। ਮੰਨ ਲਓ ਇਹ 3 ਹੈ ਪਹਿਲੇ ਖਾਨੇ ਦੇ ਵਿੱਚ, ਅਸੀਂ ਪਹਿਲੇ ਖਾਨੇ ਦੇ ਥੱਲੇ ਵਰਟੀਕਲੀ ਜਿਹੜਾ ਹੈ ਉਹ ਦੇਖਣਾ ਹੈ, ਥੱਲੇ ਨੂੰ ਦੇਖਣਾ ਹੈ ਕਿ 3 ਕਿੱਥੇ ਆ ਰਿਹਾ ਹੈ, ਔਰ 3 ਜਿਹੜਾ ਹੈ ਉਹ ਇੱਥੇ ਆ ਰਿਹਾ ਹੈ। ਤਾਂ ਅਸੀਂ ਇਸ ਨੂੰ ਪੂਰੇ ਨੂੰ ਜਿਹੜਾ ਹੈ ਉਹ ਬਲੂ ਪੈਨ ਨਾਲ ਜਿਹੜਾ ਭਰ ਦਾਂਗੇ, ਕਿਉਂਕਿ ਮੈਂ ਰੈੱਡ ਕਲਰ ਚੁਣਿਆ ਹੈ। ਮੈਂ ਇੱਥੇ ਬਲੂ ਕਲਰ ਚੁਣ ਕੇ ਤੁਹਾਨੂੰ ਜਿਹੜਾ ਹੈ ਬਲੂ ਤਾਂ ਅਵੇਲੇਬਲ ਨਹੀਂ ਹੋਏਗਾ, ਚਲੋ ਕੋਈ ਗੱਲ ਨਹੀਂ, ਕੋਈ ਹੋਰ ਕਲਰ ਜਿਹੜਾ ਹੈ ਤੁਸੀਂ ਇੱਥੇ ਫਿਲ ਕਰਕੇ ਸਮਝ ਸਕਦੇ ਹੋ। ਇਸੇ ਤਰ੍ਹਾਂ ਹੀ ਹੁਣ 0 ਹੈ ਤਾਂ 0 ਪਹਿਲੇ ਖਾਨੇ 'ਚ ਹੀ ਹੈ, ਤਾਂ ਇਸ ਨੂੰ ਅਸੀਂ ਇੱਥੇ 0 ਨੂੰ ਫਿਲ ਕਰ ਲਾਂਗੇ। ਤੁਸੀਂ ਇੱਥੇ ਧਿਆਨ ਰੱਖਿਓ ਕਿਉਂਕਿ ਮੈਂ ਉਂਗਲ ਦੇ ਪੋਟੇ ਨਾਲ ਕਰ ਰਿਹਾ ਹਾਂ। ਇਸ ਸੌਫਟਵੇਅਰ ਦੇ ਵਿੱਚ ਇਹ ਹੈ ਕਿ ਪੂਰਾ ਸਰਕਲ ਨਹੀਂ ਹੋ ਸਕਦਾ, ਬਹੁਤ ਜ਼ਿਆਦਾ ਜ਼ੂਮ ਕਰਨਾ ਪਏਗਾ। ਇਸ ਨੂੰ ਤੁਸੀਂ ਸਮਝ ਲਿਓ, ਪੂਰਾ ਗੋਲਾ ਕਰਨਾ ਹੈ, ਚੱਕਰ ਜਿਹੜਾ ਹੈ ਉਹ ਫਿਲ ਕਰਨਾ ਹੈ ਪੈਨ ਦੇ ਨਾਲ। ਔਰ ਬਾਹਰ ਸਿਆਹੀ ਨਹੀਂ ਜਾਣੀ ਚਾਹੀਦੀ, ਕਿਉਂਕਿ ਮੇਰੀ ਜਾ ਰਹੀ ਹੈ, ਤੁਹਾਡੀ ਨਹੀਂ ਜਾਣੀ ਚਾਹੀਦੀ, ਠੀਕ ਹੈ। ਇਸ ਤੋਂ ਬਾਅਦ ਤੀਸਰੀ ਲਾਈਨ 'ਚ 2 ਇੱਥੇ ਹੈ, ਠੀਕ ਹੈ। ਚੌਥੀ ਲਾਈਨ 'ਚ 0 ਹੈ, ਉਹ ਇੱਥੇ ਹੈ। ਹੁਣ ਅਗਲੀ ਲਾਈਨ 'ਚ 8 ਹੈ,
ਉਹ ਤੁਸੀਂ ਥੱਲੇ ਜਾ ਕੇ ਦੇਖਣਾ ਹੈ ਕਿ 8 ਕਿੱਥੇ ਹੈ ਔਰ ਇਹ 8 ਇੱਥੇ ਹੈ। ਠੀਕ ਹੈ। ਔਰ ਇਸੇ ਤਰ੍ਹਾਂ ਹੀ ਬਾਕੀ ਦੇ ਜਿੰਨੇ ਵੀ ਡਿਜਿਟ ਨੇ ਇਸੇ ਤਰ੍ਹਾਂ ਹੀ ਭਰਦੇ ਭਰਦੇ ਤੁਸੀਂ ਅੱਗੇ ਜਾਣਾ ਹੈ। ਉਸ ਤੋਂ ਅੱਗੇ ਤੁਹਾਡੀ ਡੇਟ ਆਫ ਬਰਥ ਹੈ ਬੱਚੇ। ਡੇਟ ਆਫ ਬਰਥ ਨੂੰ ਕਿਵੇਂ ਭਰਨਾ ਹੈ? ਬਹੁਤ ਹੀ ਆਸਾਨ ਹੈ, ਜਿਵੇਂ ਮੈਂ ਹੁਣੇ ਦੱਸਿਆ। ਮੰਨ ਲਓ ਕਿਸੇ ਬੱਚੇ ਦੀ ਡੇਟ ਆਫ ਬਰਥ ਜਿਹੜੀ ਹੈ 15 ਅਗਸਤ 2008 है ਜਾਂ 9 है। अगर किसी दी 9 है तो इस तरह भरेगा। ठीक है। और इस तरह किसी दी 8 है ਜਾਂ 10 है वो इस तरह ही भरेगा, पूरा नहीं भरेगा क्योंकि कॉलम 2 ही बाकी बचते हैं। इस करके 0 9 ਜਾਂ 10 है तो 10 भरेगा, 11 है तो 11 भरेगा, 12 है तो 12 भरेगा। ये सिर्फ मैं ਤੁਹਾਨੂੰ ਇਲਸਟ੍ਰੇਸ਼ਨ ਦੇ ਰਿਹਾ ਹਾਂ, ਸਿਰਫ ਸਮਝਾਉਣ ਵਾਸਤੇ। ਡੇਟ ਆਫ ਬਰਥ ਕੋਈ ਵੀ ਹੋ ਸਕਦੀ ਹੈ ਤੁਹਾਡੀ, ਉਹ ਤੁਸੀਂ ਇੱਥੇ ਭਰ ਕੇ ਉਸਦਾ ਰਿਸਪੌਂਸ ਕਿਵੇਂ ਦੇਣਾ ਹੈ, ਉਸ ਨੂੰ ਸਮਝਣਾ ਕਿਵੇਂ ਹੈ। ਥੱਲੇ ਸਰਕਲ ਦੇ ਵਿੱਚ ਉਹ ਸਰਕਲ ਨੂੰ ਨੀਲਾ ਕਿਵੇਂ ਕਰਨਾ ਹੈ ਪੂਰੇ ਦਾ ਪੂਰਾ, ਉਹ ਸਮਝਾ ਰਿਹਾ ਹਾਂ। ਹੁਣ ਵੇਖੋ ਪਹਿਲਾ ਹੈ 15 ਤੋਂ ਪਹਿਲਾ ਡਿਜਿਟ ਹੈ 1। ਸੋ 1 ਜਿਹੜਾ ਹੈ ਸਰਕਲ 'ਚ ਦੇਖਣਾ ਕਿੱਥੇ ਆ ਰਿਹਾ, ਪਹਿਲੇ 'ਚ ਉਹ ਇਹ ਆ ਰਿਹਾ। ਠੀਕ ਹੈ, ਇਹਨੂੰ ਆਪਾਂ ਕਲੀਅਰ ਕਰ ਦੇਣਾ ਹੈ। ਉਸ ਤੋਂ ਅੱਗੇ 5 ਹੈ ਤਾਂ 5 ਦੇਖੋ ਕਿੱਥੇ ਆ ਰਿਹਾ ਹੈ, ਉਹ ਥੱਲੇ ਕਿਤੇ ਆ ਰਿਹਾ ਹੈ, ਸਕਰੀਨ ਉੱਪਰ ਕਰਨੀ ਪਏਗੀ। ਇਸ ਤਰ੍ਹਾਂ 0 ਉੱਪਰ ਹੈ, ਇਹਨੂੰ ਇੱਥੇ ਭਰਾਂਗੇ। 8 ਜਿਹੜਾ ਹੈ ਥੱਲੇ ਲੱਭਾਂਗੇ, ਉੱਥੇ ਭਰਾਂਗੇ। ਇਹ 0 ਜਿਹੜਾ ਹੈ ਇੱਥੇ ਉੱਪਰ ਭਰਾਂਗੇ। 9 ਜਿਹੜਾ ਹੈ 9 ਲੱਭ ਕੇ ਅਗਲੇ ਵਿੱਚ 9 ਜਿਹੜਾ ਥੱਲੇ ਭਰਾਂਗੇ। ਠੀਕ ਹੈ ਬੱਚੇ, ਆਈ ਹੋਪ ਕਿ ਤੁਹਾਨੂੰ ਸਮਝ ਆ ਰਹੀ ਹੋਏਗੀ। ਬਹੁਤ ਹੀ ਆਸਾਨ ਹੈ ਇਹ ਸ਼ੀਟ ਨੂੰ ਭਰਨਾ। ਉਸ ਤੋਂ ਅੱਗੇ ਆਪਾਂ ਆਧਾਰ ਨੰਬਰ ਜਿਹੜਾ ਹੈ ਬੱਚੇ ਨੇ ਆਪਣਾ ਫਿਲ ਕਰਨਾ ਹੈ। ਇਹ ਵੀ ਘਬਰਾਉਣ ਦੀ ਲੋੜ ਨਹੀਂ ਕਿ ਆਧਾਰ ਨੰਬਰ ਜਿਹੜਾ ਹੈ ਉਹ ਅਸੀਂ ਕਿੱਥੋਂ ਲਵਾਂਗੇ ਜਾਂ ਸਾਨੂੰ ਯਾਦ ਨਹੀਂ, ਕੋਈ ਗੱਲ ਨਹੀਂ। ਤੁਸੀਂ ਅਤੇ ਤੁਹਾਡੇ ਅਧਿਆਪਕ ਇਨਵਿਜੀਲੇਟਰ ਜਿਹੜੇ ਨੇ ਉਹ ਤੁਹਾਡੀ ਹੈਲਪ ਕਰਨਗੇ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਆਧਾਰ ਨੰਬਰ ਭਰੋਗੇ ਤਾਂ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਸਾਰੇ ਡਿਜਿਟ ਜਿਹੜੇ ਨੇ ਉਹ ਭਰਨੇ ਨੇ। ਮੈਂ ਐਗਜ਼ਾਮਪਲ ਦੇ ਰਿਹਾ ਹਾਂ, ਧਿਆਨ ਨਾਲ ਦੇਖਿਓ। ਮੰਨ ਲਓ ਇਹ ਡਿਜਿਟ ਨੇ ਤੁਹਾਡੇ ਆਧਾਰ ਨੰਬਰ ਦੇ। ਮੰਨ ਲਓ ਦਾ ਭਾਵ ਹੈ ਕਿ ਇਹ ਤੁਹਾਡੀ ਡਿਜਿਟ ਨਹੀਂ ਹੈ, ਸਿਰਫ ਮੰਨਣ ਵਾਸਤੇ ਕਹਿ ਰਹੇ ਹਾਂ। ਔਰ ਹੁਣ ਦੇਖਣਾ ਹੈ, ਸਭ ਤੋਂ ਪਹਿਲਾਂ 3 ਹੈ ਤਾਂ 3 ਜਿਹੜਾ ਹੈ ਉਹ ਇਸ ਖਾਨੇ ਦੇ ਵਿੱਚ ਤੁਸੀਂ 3 ਲੱਭੋਗੇ। ਇਸ ਲਾਈਨ 'ਚ ਵਰਟੀਕਲੀ ਥੱਲੇ ਨੂੰ ਉਹਨੂੰ ਤੁਸੀਂ ਜਿਹੜਾ ਹੈ ਬਲੂ ਕਰ ਦੋਗੇ। ਫਿਰ 0 ਹੈ, ਦੂਸਰੇ ਵਿੱਚ 0 ਨੂੰ ਬਲੂ ਕਰ ਦੋਗੇ। ਇਸੇ ਤਰ੍ਹਾਂ ਹੀ ਨੈਕਸਟ ਵਿੱਚ 6 ਹੈ ਔਰ 6 ਨੂੰ ਤੁਸੀਂ ਥੱਲੇ ਲੱਭ ਕੇ ਜਿਹੜਾ ਹੈ ਇਸ ਲਾਈਨ 'ਚ 6 ਜਿੱਥੇ ਵੀ ਆਏਗਾ ਉਹਨੂੰ ਤੁਸੀਂ ਬਲੂ ਕਰ ਦੋਗੇ। ਫਿਰ ਉੱਪਰ 0 ਹੈ, 0 ਨੂੰ ਉੱਪਰ ਹੀ 0 ਹੈ, 0 ਦੇ ਥੱਲੇ ਜਿਸ ਡਿਜਿਟ ਦੇ ਜਿਸ ਅੰਕ ਦੇ ਥੱਲੇ ਉਹ ਅੰਕ ਹੈ ਉਹ ਲੱਭਣਾ ਹੈ। ਜਿਵੇਂ 4 ਹੈ ਤਾਂ ਇਸ ਅੰਕ ਦੇ ਥੱਲੇ ਜਾ ਕੇ ਅਸੀਂ 4 ਲੱਭਣਾ ਹੈ, ਉੱਥੇ ਇਹਨੂੰ ਕਰ ਦੇਣਾ ਹੈ। ਫਿਰ 0 ਹੈ, ਫਿਰ 2 ਦੇ ਥੱਲੇ 2 ਲੱਭਣਾ ਹੈ, ਉਹ ਇੱਥੇ ਹੈ। ਇਸ ਤਰ੍ਹਾਂ ਹੀ 9 ਦੇ ਥੱਲੇ 9 ਲੱਭ ਕੇ ਕਰਨਾ ਹੈ। 0 ਫਿਰ ਆ ਗਈ, ਫਿਰ 0 ਹੈ। ਫਿਰ ਇਸ ਤਰ੍ਹਾਂ 3 ਥੱਲੇ 3 ਨੂੰ ਲੱਭਾਂਗੇ, 5 ਥੱਲੇ 5 ਨੂੰ ਲੱਭ ਕੇ ਅਸੀਂ ਉਸ ਨੂੰ ਬਲੂ ਕਰ ਦੇਵਾਂਗੇ। ਇਸ ਤੋਂ ਅੱਗੇ ਹੈ ਸਾਡਾ ਈਅਰ ਆਫ ਐਡਮਿਸ਼ਨ। ਇਹ ਵੀ ਤੁਹਾਡੇ ਅਧਿਆਪਕ ਤੁਹਾਡੀ ਮਦਦ ਕਰਨਗੇ। ਤੁਹਾਡਾ ਜਿਹੜਾ ਦਾਖਲੇ ਦਾ ਸਾਲ ਕਿਹੜਾ ਹੈ ਉਹ ਇੱਥੇ ਭਰਿਆ ਜਾਏਗਾ। ਮੰਨ ਲਓ ਤੁਹਾਡਾ ਜਿਹੜਾ ਦਾਖਲੇ ਦਾ ਸਾਲ ਹੈ ਉਹ 2000 ਜਿਹੜਾ ਹੈ 9 ਹੈ ਤਾਂ ਇੱਥੇ 2009 ਮੰਨ ਲਓ ਭਰਿਆ ਗਿਆ। ਤੋ ਇਸੇ ਤਰ੍ਹਾਂ ਹੀ ਰਿਸਪੌਂਸ ਥੱਲੇ ਦਿੱਤੇ ਜਾਣਗੇ। 2 ਲੱਭਾਂਗੇ, ਇਹਦੇ ਵਿੱਚ 2 ਨੂੰ ਆਪਾਂ ਬਲੂ ਕਰ ਦੇਵਾਂਗੇ, ਇੱਥੇ 0 ਨੂੰ ਕਰਾਂਗੇ। 0 ਥੱਲੇ ਫਿਰ 0 ਕਰਾਂਗੇ। 9 ਲੱਭ ਕੇ ਥੱਲੇ 9 ਨੂੰ ਆਪਾਂ ਰਿਸਪੌਂਸ ਦੇ ਕੇ 9 ਨੂੰ ਫਿਲ ਕਰ ਦੇਵਾਂਗੇ। ਇਸੇ ਤਰ੍ਹਾਂ ਹੀ ਨੈਕਸਟ ਹੈ ਸਾਡੇ ਕੋਲ ਸੈਕਸ਼ਨ। ਸਾਰੇ ਬੱਚਿਆਂ ਨੂੰ ਪਤਾ ਹੁੰਦਾ ਕਿ ਸੈਕਸ਼ਨ ਸਾਡਾ ਕਿਹੜਾ ਹੈ। ਜਿੱਥੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੈ, 5ਵੀਂ ਕਲਾਸ 40 ਤੱਕ ਗਿਣਤੀ ਹੈ ਤਾਂ ਸੈਕਸ਼ਨ ਏ ਹੀ ਹੋਏਗਾ। ਇਸ ਤੋਂ ਵੱਧ ਅਗਰ ਹੋਏਗੀ ਜਾਂ ਜਿੱਥੇ ਵੀ 2 ਸੈਕਸ਼ਨ ਹੋਣਗੇ ਉਸ ਸੈਕਸ਼ਨ ਦੇ ਮੁਤਾਬਕ ਆਪਣਾ ਸੈਕਸ਼ਨ ਜਿਹੜਾ ਭਰ ਕੇ ਉਸ ਨੂੰ ਜਿਹੜਾ ਹੈ ਰਿਸਪੌਂਸ ਦੇਣਾ ਹੈ। ਮੰਨ ਲਓ ਮੇਰਾ ਸੈਕਸ਼ਨ ਬੀ ਹੈ,
ਮੰਨ ਲਓ ਬਹੁਤਿਆਂ ਦਾ ਏ ਹੀ ਆਏਗਾ ਤਾਂ ਆਪਾਂ ਏ ਹੀ ਰਿਸਪੌਂਸ ਮੰਨਦੇ ਹਾਂ ਔਰ ਏ ਇੱਥੇ ਲਿਖਿਆ ਜਾਏਗਾ ਔਰ ਥੱਲੇ ਏ ਨੂੰ ਜਿਹੜਾ ਹੈ ਬਲੂ ਕਰ ਦਿੱਤਾ ਜਾਏਗਾ। ਇਸੇ ਤਰ੍ਹਾਂ ਹੀ ਅੱਗੇ ਸਾਡੇ ਕੋਲ ਹੈ ਸਟੂਡੈਂਟ ਆਈਡੀ। ਜਿਹੜੀ ਸਟੂਡੈਂਟ ਆਈਡੀ ਹੈ ਤੁਹਾਡੀ, ਜਿਹੜਾ ਤੁਹਾਨੂੰ ਨੰਬਰ ਅਲਾਟ ਕੀਤਾ ਜਾਏਗਾ ਉਸ ਮੁਤਾਬਕ ਜਿਹੜਾ ਹੈ, ਮੰਨ ਲਓ ਕਿਸੇ ਦੀ ਆਈਡੀ ਹੈ 49 ਜਾਂ ਕਿਸੇ ਦੀ ਆਈਡੀ ਜਿਹੜੀ ਹੈ ਛੋਟੀ ਲੈ ਲੈਂਦੇ ਹਾਂ 12 ਹੈ, ਠੀਕ ਹੈ। ਸੋ 12 ਦਾ ਰਿਸਪੌਂਸ ਕਿਵੇਂ ਫਿਲ ਕਰਨਾ ਹੈ, ਇੱਕ ਦੀ ਜਗ੍ਹਾ ਆਪਾਂ ਇੱਕ ਨੂੰ ਫਿਲ ਕਰਾਂਗੇ ਔਰ ਵਰਟੀਕਲੀ ਥੱਲੇ ਆਵਾਂਗੇ ਇਹਦੇ ਔਰ 2 ਲੱਭਾਂਗੇ ਕਿੱਥੇ ਹੈ, 2 ਥੱਲੇ, ਉਸ ਨੂੰ ਜਿਹੜਾ ਹੈ ਇਸ ਤਰ੍ਹਾਂ ਫਿਲ ਕਰਾਂਗੇ। ਔਰ ਕੋਸ਼ਿਸ਼ ਕਰਨੀ ਹੈ, ਮੈਂ ਲਾਈਨ ਲਾ ਕੇ ਤੁਹਾਨੂੰ ਦੱਸ ਰਿਹਾ, ਇਹ ਲਾਈਨਾਂ ਤੁਸੀਂ ਨਹੀਂ ਲਾਉਣੀਆਂ, ਇਹ ਸਿਰਫ ਮੈਂ ਸਮਝਾ ਰਿਹਾ, ਤੁਸੀਂ ਸਿੱਧਾ ਸਿੱਧਾ ਉਸ ਨੂੰ ਬਲੂ ਕਰਨਾ ਹੈ, ਠੀਕ ਹੈ। ਉਸ ਤੋਂ ਅੱਗੇ ਹੈ ਸੋਸ਼ਲ ਗਰੁੱਪ ਕਿਹੜਾ ਹੈ, ਇਹ ਵੀ ਤੁਹਾਡੇ ਅਧਿਆਪਕ ਤੁਹਾਡੀ ਮਦਦ ਕਰਨਗੇ। ਤੁਸੀਂ ਉਹਨਾਂ ਦੀ ਮਦਦ ਨਾਲ ਆਪਣਾ ਜਿਹੜਾ ਹੈ ਗਰੁੱਪ ਜਿਹੜਾ ਹੈ ਉਹ ਚੁਣ ਕੇ ਇੱਥੇ ਜਿਹੜਾ ਹੈ ਭਰ ਲੈਣਾ ਹੈ। ਉਸ ਤੋਂ ਅੱਗੇ ਮੀਡੀਅਮ, ਔਰ ਮੀਡੀਅਮ ਜਿਹੜਾ ਹੈ ਜਿਨ੍ਹਾਂ ਦਾ ਪੰਜਾਬੀ ਹੈ ਉਹਨਾਂ ਦਾ ਰਿਸਪੌਂਸ ਮੰਨ ਲਓ 01 ਆਉਂਦਾ ਹੈ ਤਾਂ 01 ਭਰਨਗੇ। ਇਹ ਕਿਵੇਂ ਭਰਨਗੇ, ਇੱਥੇ 0 ਔਰ ਅੱਗੇ 1, ਠੀਕ ਹੈ ਨਾ, ਪੂਰਾ ਇਹਨੂੰ ਬਲੂ ਕਰਨਗੇ। ਅਗਰ ਕਿਸੇ ਦਾ ਇੰਗਲਿਸ਼ ਮੀਡੀਅਮ ਹੈ ਤਾਂ ਉਹ ਕਿਸ ਤਰ੍ਹਾਂ ਭਰਨਗੇ, ਇੰਗਲਿਸ਼ ਮੀਡੀਅਮ ਵਾਲਿਆਂ ਨੇ ਮੰਨ ਲਓ 02 ਹੈ ਤਾਂ 0 ਅਤੇ 2 ਥੱਲੇ ਆਏਗਾ ਇੱਥੇ, ਇਸ ਤਰ੍ਹਾਂ ਅਸੀਂ ਫਿਲ ਕਰ ਦੇਵਾਂਗੇ। ਇਸ ਤੋਂ ਅੱਗੇ ਆਪਾਂ ਚੱਲੀਏ ਬੱਚੇ, ਤਾਂ ਸਾਡੇ ਕੋਲ ਨੈਕਸਟ ਹੈ ਏਰੀਆ ਕੋਡ। ਅਗਰ ਤੁਹਾਡਾ ਸਕੂਲ ਪਿੰਡ ਦਾ ਸਕੂਲ ਹੈ ਤਾਂ ਰੂਰਲ, ਬਹੁਤ ਹੀ ਆਸਾਨ ਹੈ, ਇੱਥੇ ਤੁਸੀਂ ਰੂਰਲ ਜਿਹੜਾ ਹੈ ਉਸ ਨੂੰ ਬਲੂ ਕਰ ਦੋਗੇ। ਇਸ ਤਰ੍ਹਾਂ ਹੀ ਸਕੂਲ ਮੈਨੇਜਮੈਂਟ ਗਵਰਨਮੈਂਟ ਹੈ, ਏਡਡ ਹੈ, ਬਹੁਤੇ ਤਾਂ ਗਵਰਨਮੈਂਟ ਹੀ ਆਉਣਗੇ, ਇਸ ਕਰਕੇ ਗਵਰਨਮੈਂਟ ਨੂੰ ਫਿਲ ਕਰੋਗੇ। ਏਡਡ ਵਾਲੇ ਏਡਡ ਨੂੰ ਕਰਨਗੇ, ਇਹ ਵੀ ਤੁਹਾਡੇ ਇਨਵਿਜੀਲੇਟਰ ਜਿਹੜੇ ਹੈਲਪ ਕਰਨਗੇ। ਉਸ ਤੋਂ ਅੱਗੇ ਹੈ ਜੈਂਡਰ। ਜੈਂਡਰ ਕੀ ਹੈ, ਤੁਸੀਂ ਲੜਕੇ ਹੋ ਜਾਂ ਲੜਕੀ ਹੋ ਉਸ ਨੂੰ ਫਿਲ ਕਰੋਗੇ। ਅਗਰ ਬੁਆਏ ਹੋ ਤਾਂ 1 ਭਰੋਗੇ ਔਰ ਅਗਰ ਲੜਕੀ ਹੈ ਤਾਂ ਉਹ 2 ਨੂੰ ਫਿਲ ਕਰੇਗੀ। ਇਸ ਤੋਂ ਅੱਗੇ ਹੈ ਟੈਸਟ ਫਾਰਮ। ਜਿਹੜਾ ਟੈਸਟ ਫਾਰਮ ਤੁਹਾਨੂੰ ਮਿਲਦਾ ਹੈ ਉਸ ਦਾ ਇੱਕ ਸੀਰੀਅਲ ਨੰਬਰ ਹੋਏਗਾ, ਮੰਨ ਲਓ ਉਹਦਾ ਸੀਰੀਅਲ ਨੰਬਰ ਹੈ 02 ਜਾਂ ਉਹਦਾ ਸੀਰੀਅਲ ਨੰਬਰ ਆ ਜਾਂਦਾ ਤੁਹਾਨੂੰ, ਕਿਉਂਕਿ ਇੱਥੇ ਡਿਜਿਟ ਦਿੱਤੇ ਨਹੀਂ ਗਏ ਉਹ 0 ਵਾਲੇ, ਤਾਂ ਇੱਥੇ ਮੰਨ ਲਓ ਕਿਸੇ ਦਾ ਜਿਹੜਾ ਹੈ ਉਹ ਹੈ 52 ਤਾਂ ਪਹਿਲਾਂ 5 ਡਿਜਿਟ ਨੂੰ ਜਿਹੜਾ ਹੈ ਉਹ ਫਿਲ ਕੀਤਾ ਜਾਏਗਾ, ਉਸ ਤੋਂ ਦੂਸਰੀ ਲਾਈਨ ਵਾਲਾ 2 ਨੂੰ ਜਿਹੜਾ ਹੈ ਉਹ ਫਿਲ ਕੀਤਾ ਜਾਏਗਾ। ਬਹੁਤ ਹੀ ਆਸਾਨ ਹੈ। ਔਰ ਉਸ ਤੋਂ ਅੱਗੇ ਸਾਡੇ ਬੇਟੇ ਮੇਨ ਜਿਹੜਾ ਕੰਮ ਹੋ ਗਿਆ ਹੈ, ਉਸ ਤੋਂ ਅੱਗੇ ਸਾਡੇ ਹੁਣ ਰਿਸਪੌਂਸ ਹੀ ਨੇ, ਮਤਲਬ ਸਾਡੇ ਜਿਹੜੇ ਉੱਤਰ ਨੇ, ਸਾਨੂੰ ਜਿਹੜੇ 45 ਕੁਐਸਚਨ ਜਿਹੜੇ ਆਉਣੇ ਨੇ ਬੱਚਿਆਂ ਦੇ, ਉਹਨਾਂ ਨੂੰ ਬਸ ਇਸ ਤਰ੍ਹਾਂ ਹੀ ਫਿਲ ਕਰਨਾ ਹੈ। ਮੰਨ ਲਓ ਕਿਸੇ ਕੁਐਸਚਨ ਦਾ ਤੁਸੀਂ ਆਨਸਰ ਦੇ ਰਹੇ ਹੋ, ਕੁਐਸਚਨ ਦੇ ਆਪਸ਼ਨ ਨੇ A B C D, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪਹਿਲਾ ਕੁਐਸਚਨ ਹੈ, ਪਹਿਲੇ ਕੁਐਸਚਨ ਦੇ ਜਿਹੜਾ ਆਨਸਰ ਹੈ ਆਪਸ਼ਨ ਦੇ ਵਿੱਚ ਉਹ C ਹੈ, ਤਾਂ ਤੁਸੀਂ ਪਹਿਲੇ ਦਾ ਇਹ C ਉੱਥੇ ਟਿਕ ਨਹੀਂ ਕਰੋਗੇ, ਆਨਸਰ ਇੱਥੇ ਟਿਕ ਕਰੋਗੇ। ਟਿਕ ਦਾ ਭਾਵ ਸਰਕਲ ਨੂੰ ਪੂਰੇ ਦਾ ਪੂਰਾ ਬਲੂ ਕਰ ਦੋਗੇ। ਹੋਰ ਕਿਸੇ ਵੀ ਸਰਕਲ ਨੂੰ ਨਹੀਂ ਛੇੜੋਗੇ, ਇਹ ਤੁਹਾਡਾ ਆਨਸਰ ਟਿਕ ਹੋ ਜਾਏਗਾ। ਇਸ ਤਰ੍ਹਾਂ ਹੀ ਮੰਨ ਲਓ 2 ਨੰਬਰ ਦਾ ਰਿਸਪੌਂਸ ਜਿਹੜਾ ਹੈ ਉਹ A ਹੈ, ਤਾਂ A ਨੂੰ ਤੁਸੀਂ ਪੂਰਾ ਬਲੂ ਕਰ ਦੋਗੇ। ਔਰ ਪੂਰਾ ਬਲੂ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਥੋੜ੍ਹਾ ਜਿਹਾ ਦੱਸ ਦਿੰਦਾ ਹਾਂ। ਮੰਨ ਲਓ ਤੁਹਾਡਾ ਜਿਹੜਾ ਸੈਕਿੰਡ ਦਾ ਆਪਸ਼ਨ ਹੈ, ਮੰਨ ਲਓ C ਆਇਆ, ਮੰਨ ਲਓ, ਠੀਕ ਹੈ। ਔਰ C ਨੂੰ ਜਿਹੜਾ ਹੈ ਪੂਰੇ ਦਾ ਪੂਰਾ ਕਿਵੇਂ ਤੁਸੀਂ ਫਿਲ ਕਰੋਗੇ, ਇਹ ਬੇਟਾ ਸਹੀ ਵਿਧੀ ਹੈ। ਇਸ ਤਰ੍ਹਾਂ ਤੁਸੀਂ ਪੂਰੇ ਦਾ ਪੂਰਾ ਫਿਲ ਕਰੋਗੇ, ਕਿਸੇ ਹੋਰ ਸਰਕਲ ਨੂੰ ਨਹੀਂ ਛੇੜੋਗੇ, ਠੀਕ ਹੈ। ਇਸ ਤਰ੍ਹਾਂ ਤੁਹਾਡਾ ਰਿਸਪੌਂਸ ਜਿਹੜਾ ਹੈ ਵਧੀਆ ਅਤੇ ਠੀਕ ਹੋਏਗਾ। ਇਸ ਤਰ੍ਹਾਂ ਹੀ ਜਿੰਨੇ ਵੀ ਕੁਐਸਚਨ ਨੇ 1 ਤੋਂ ਲੈ ਕੇ ਤੁਹਾਡੇ ਸਾਹਮਣੇ ਸਕਰੀਨ 'ਤੇ ਨਜ਼ਰ ਆ ਰਹੇ ਨੇ 45 ਤੱਕ, ਇਹ ਸਾਰੇ ਆਪਾਂ ਫਿਲ ਕਰ ਦੇਵਾਂਗੇ।
ਔਰ ਸਾਡਾ ਜਿਹੜਾ ਹੈ ਆਨਸਰ ਜਿਹੜੇ ਨੇ ਸਾਰੇ ਸਾਨੂੰ ਜਿਹੜੇ ਅਸੀਂ ਦੇ ਰਹੇ ਹੋਵਾਂਗੇ ਰਿਸਪੌਂਸ ਉਹਨਾਂ ਦੇ ਸਹੀ ਤਰੀਕੇ ਨਾਲ ਅਸੀਂ ਸਬਮਿਟ ਕਰਵਾ ਦੇਵਾਂਗੇ। ਇਸ ਤੋਂ ਅੱਗੇ ਮੇਰੇ ਖਿਆਲ ਹੋਰ ਕੁਝ ਵੀ ਦੱਸਣ ਵਾਲਾ ਬਾਕੀ ਨਹੀਂ, ਹਰ ਚੀਜ਼ ਤੁਸੀਂ ਜਿਹੜਾ ਹੈ ਉਹ ਲਿਖ ਚੁੱਕੇ ਹੋ। CWSN ਦਾ ਜਿਹੜਾ ਭਾਗ ਸੀ ਉਹ ਰਹਿ ਗਿਆ ਸੀ। CWSN ਦੇ ਵਿੱਚ ਇਹ ਵੀ ਤੁਹਾਡੇ ਸਮਝਣ ਦੀ ਜ਼ਿਆਦਾ ਲੋੜ ਨਹੀਂ, ਕਿਉਂਕਿ ਵੈਸੇ ਤੁਹਾਨੂੰ ਮੈਂ ਇਹਦਾ ਫੁੱਲ ਫਾਰਮ ਦੱਸ ਦਿੰਦਾ ਸਾਰੇ ਬੱਚਿਆਂ ਤੇ, ਕਿਉਂਕਿ ਪਤਾ ਹੀ ਹੁੰਦਾ ਚਾਈਲਡ ਵਿਦ ਸਪੈਸ਼ਲ ਨੀਡ ਕਹਿੰਦੇ ਨੇ ਇਹਨੂੰ। ਉਹ ਬੱਚੇ ਜਿਹੜੇ ਸਪੈਸ਼ਲ ਨੇ ਉਹਨਾਂ ਨੇ ਇੱਥੇ ਭਰਨਾ ਕਿ ਕਿਸ ਤਰ੍ਹਾਂ ਦੇ ਉਹ ਬੱਚੇ ਸਪੈਸ਼ਲ ਨੇ, ਕਿਉਂਕਿ ਸਾਡੇ ਸਕੂਲਾਂ 'ਚ ਕਈ ਤਰ੍ਹਾਂ ਦੇ ਬੱਚੇ ਮੌਜੂਦ ਨੇ ਜਿਹੜੇ ਬੱਚੇ ਸਪੈਸ਼ਲ ਨੇ। ਸਪੈਸ਼ਲ ਕਿਹੜੇ ਬੱਚੇ ਨੇ? ਕਈਆਂ ਨੂੰ ਘੱਟ ਸੁਣਦਾ, ਕਈ ਜ਼ਿਆਦਾ ਸਹੀ ਤਰੀਕੇ ਨਾਲ ਤੁਰ ਨਹੀਂ ਸਕਦੇ, ਸਹੀ ਤਰੀਕੇ ਨਾਲ ਬੈਠ ਨਹੀਂ ਸਕਦੇ, ਰਿਸਪੌਂਸ ਨਹੀਂ ਕਰ ਪਾਉਂਦੇ। ਇਹੋ ਜਿਹੇ ਬੱਚੇ ਜਿਹੜੇ ਨੇ ਉਹਨਾਂ ਵਾਸਤੇ ਰਿਸਪੌਂਸ ਹੈ, ਉਹ ਇੱਥੇ ਭਰਨਗੇ। ਉਹ ਵੀ ਇਨਵਿਜੀਲੇਟਰ ਜਿਹੜੇ ਨੇ ਅਧਿਆਪਕ ਜਿਹੜੇ ਨੇ ਮਦਦ ਕਰਨਗੇ। ਇਸ ਤਰ੍ਹਾਂ ਬੇਟਾ ਇਹ ਸਾਰੀ OMR ਸ਼ੀਟ ਜਿਹੜੀ ਹੈ ਤੁਸੀਂ ਦੇਖ ਲਈ ਹੈ। ਇਹ ਨੈਸ ਦੇ ਪੇਪਰ 'ਚ 12 ਨਵੰਬਰ ਤੋਂ ਜਿਹੜੇ ਹੋਣ ਜਾ ਰਹੇ ਨੇ, ਪੰਜਾਬੀ, ਵਾਤਾਵਰਨ ਸਿੱਖਿਆ ਔਰ ਮੈਥ ਦੇ। ਇਹਨਾਂ ਵਿੱਚ ਜਿਹੜਾ ਹੈ ਤੁਸੀਂ ਇਹ ਫਿਲ ਕਰਨੀਆਂ ਨੇ, ਰਿਸਪੌਂਸ ਦੇਣੇ ਨੇ। ਆਈ ਹੋਪ ਕਿ ਸਾਰਿਆਂ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਉਹ ਸਮਝ ਲੱਗ ਗਈ ਹੋਏਗੀ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੁਲੇਖਾ ਤੁਹਾਡੇ ਮਨ 'ਚ ਨਹੀਂ ਰਹੇਗਾ। ਇਸ ਆਸ ਦੇ ਨਾਲ ਕਿ ਤੁਸੀਂ ਸਮਝ ਰਹੇ ਹੋਗੇ ਔਰ ਸਮਝ ਲਿਆ ਹੋਏਗਾ। ਸਕੂਲਾਂ ਵਿੱਚ ਵੀ ਇਸ ਦੀ ਅਭਿਆਸ ਕਰਨੀ ਹੈ। OMR ਸ਼ੀਟ ਜਿਹੜੀ ਤੁਹਾਡੇ ਅਧਿਆਪਕ ਜਿਹੜੇ ਨੇ ਉਹ ਤੁਹਾਨੂੰ ਪ੍ਰੋਜੈਕਸ਼ਨ ਕਰਵਾ ਕੇ ਪ੍ਰੋਜੈਕਟਰ ਦੇ ਉੱਪਰ ਜਿਹੜਾ ਹੈ ਉਹ ਵੀ ਸਮਝਾ ਰਹੇ ਨੇ, ਉਹ ਵੀ ਸਮਝ ਲੈਣਾ। ਸੋ ਆਸ਼ਾ ਕਰਦਾ ਹਾਂ ਕਿ ਤੁਸੀਂ ਸਮਝ ਲਿਆ ਹੋਏਗਾ। ਅਗਲੀ ਵੀਡੀਓ 'ਚ ਫਿਰ ਮੁਲਾਕਾਤ ਹੋਵੇਗੀ ਕਿਸੇ ਹੋਰ ਕੰਟੈਂਟ ਦੇ ਨਾਲ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।